जय गुरु जी संगत जी, शुक्राना गुरु जी। मैं फिर से हाजिर हूँ आप लोगों के लिए, गुरु जी की प्यारी प्यारी संगत के लिए, गुरु जी का बहुत ही प्यारा और डबल ब्लेसिंग सत्संग लेके। संगत जी सत्संग को अंत तक ज़रूर पूरा सुनिएगा, क्योंकि गुरु जी कहते ने सत्संग करने वाले दा भी भला, सत्संग सुनने वाले दा भी भला। तो संगत जी, गुरु जी की ब्लेसिंग्स आपके ऊपर, आपके पूरे परिवार पर यूं ही बरसती रहें। और संगत जी, सत्संग शुरू करने से पहले वीडियो को लाइक कमेंट शेयर ज़रूर करें संगत जी। चैनल को सब्सक्राइब ज़रूर करें संगत जी, और बेल आइकन ज़रूर प्रेस करें, ताकि आपके पास गुरु जी की ब्लेसिंग्स की नोटिफिकेशन सबसे पहले मिल सके संगत जी। और आपका दूसरा चैनल गुरुपा महाशिव को भी ज़रूर सब्सक्राइब करें, और ऐसे ही प्यार आप हमें देते रहें संगत जी। तो चलिए संगत जी, अब हम सत्संग शुरू करते हैं। सत्संग शुरू करने से पहले गुरु जी का मंत्र जाप करते हैं। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी, शुक्राना गुरु जी, अनंतम अनंतम शुक्राना मेरे प्यारे गुरु जी। जय गुरु जी, शुक्राना गुरु जी, अनंतम अनंतम शुक्राना गुरु जी। सारी साध संगत जी को जय गुरु जी। संगत जी, मेरा नाम बलजीत है, मैं राम मंडी दकोए तो बोलदा है जी। मैं अपना शुक्राना सत्संग शेयर करना है। मेरा पहला सत्संग है संगत जी। जेकर मेरे तो जाने अनजाने विच कोई गलत लफ्ज़ बोल हो गया, मैनू प्लीज़ माफ़ कर दिओ गुरु पिता जी। जेकर मेरे तो कोई गलत लफ्ज़ बोल हो गया, अपने बच्चे नू माफ़ कर दिओ संगत जी। मेरा नाम बलजीत सिंह है संगत जी। मैं ना 2015 ਵਿੱਚ ਮੇਰੇ ਕੰਮ ਕਰਦੇ, ਮੈਂ ਇਲੈਕਟ੍ਰਿਕ ਵੈਲਡਿੰਗ ਦਾ ਕੰਮ ਕਰਦਾ। ਕੋਈ ਛੋਟਾ ਜਿਹਾ ਨਾ ਲੋਹਾ ਲੱਗ ਗਿਆ ਸੰਗਤ ਜੀ। ਮੈਂ ਟੀਕਾ ਨਹੀਂ ਲਵਾਇਆ, ਮੇਰੀ ਲੱਤ 'ਤੇ ਟੈਟਨਸ ਹੋ ਗਿਆ। ਮੇਰੀ ਇੰਨੀ ਕੁ ਪ੍ਰੋਬਲਮ ਵੱਧ ਗਈ ਅਤੇ ਆਪਣੇ ਜਲੰਧਰੋਂ ਜਲੰਧਰੋਂ ਮੇਰੇ 3 ਆਪਰੇਸ਼ਨ ਹੋਏ, ਕੋਈ ਫਰਕ ਨਹੀਂ ਪਿਆ ਸੰਗਤ ਜੀ। ਗੁਰੂ ਪਿਤਾ ਜੀ ਨਾਲ ਜੁੜੇ ਨਹੀਂ ਸੀ, ਅਤੇ ਗੁਰੂ ਪਿਤਾ ਜੀ ਬਾਰੇ ਪਤਾ ਹੀ ਨਹੀਂ ਸੀ ਕਿ ਗੁਰੂ ਜੀ ਕੌਣ ਆ ਸੰਗਤ ਜੀ। ਅਤੇ ਹੌਲੀ ਹੌਲੀ ਕਰਦੇ ਇੰਨੀ ਕੁ ਜ਼ਿਆਦਾ ਲੱਤ ਦੀ ਪ੍ਰੋਬਲਮ ਖਰਾਬ ਹੋ ਰਹੀ ਸੀ, ਅਤੇ ਸੰਗਤ ਜੀ ਉਹਨਾਂ ਨੇ ਨਾ ਛੋਟਾ ਜਿਹਾ ਆਪਰੇਸ਼ਨ ਕਰਨ ਨੂੰ ਕਿਹਾ। ਮੇਰਾ ਮਨ ਨਹੀਂ ਮੰਨਿਆ। ਜਿੱਦਾਂ ਗੁਰੂ ਪਿਤਾ ਜੀ ਨੇ ਅੰਦਰੋਂ ਆਵਾਜ਼ ਦਿੱਤੀ ਕਿ ਨਹੀਂ, ਹੁਣ ਨਹੀਂ, ਇੱਥੋਂ ਨਹੀਂ ਆਪਰੇਸ਼ਨ ਕਰਾਉਣਾ, ਕੁਛ ਨਹੀਂ ਕਰਾਉਣਾ। ਅਤੇ ਸਾਨੂੰ ਹੋਰ ਕਿਸੇ ਨੇ ਵੀ ਦੱਸਿਆ, ਕਹਿੰਦੇ ਕਿ ਵੀ ਤੁਸੀਂ ਇੱਕ ਜਗ੍ਹਾ 'ਤੇ ਵਾਰ-ਵਾਰ ਨਾ ਜਾਓ। ਫਿਰ ਅਸੀਂ ਆਪਣੇ ਜਲੰਧਰੋਂ ਸਿਵਲ ਹੋਸਪਿਟਲੋਂ ਪਤਾ ਕੀਤਾ। ਉਹਨਾਂ ਨੇ ਸਾਫ਼ ਲਫ਼ਜ਼ਾਂ ਜਵਾਬ ਦੇ ਦਿੱਤਾ ਸੰਗਤ ਜੀ ਕਿ ਵੀ ਇਸ ਬਿਮਾਰੀ ਦਾ, ਇਸ ਪ੍ਰੋਬਲਮ ਦਾ ਕੋਈ ਇੱਥੇ ਇਲਾਜ ਨਹੀਂ ਹੈਗਾ। ਇਹ ਤੁਹਾਡਾ ਇਲਾਜ PGI ਹੋਣਾ ਆ। ਅਸੀਂ ਤੁਹਾਨੂੰ ਪਹਿਲਾਂ ਅੰਮ੍ਰਿਤਸਰ ਰੈਫਰ ਕਰ ਦਿੰਦੇ ਹਾਂ, ਅੰਮ੍ਰਿਤਸਰ ਵਾਲੇ ਤੁਹਾਨੂੰ PGI ਰੈਫਰ ਕਰ ਦਿੰਦੇ। ਗੁਰੂ ਪਿਤਾ ਜੀ ਦੀ ਕਿਰਪਾ ਹੋਈ ਅਤੇ ਉਹਨਾਂ ਨੇ ਸਾਨੂੰ ਸਿੱਧੇ ਚੰਡੀਗੜ੍ਹ ਰੈਫਰ ਕਰ ਦਿੱਤਾ ਸੰਗਤ ਜੀ। ਚੰਡੀਗੜ੍ਹ ਮੇਰੇ 7 ਆਪਰੇਸ਼ਨ ਹੋਏ, 10 ਆਪਰੇਸ਼ਨ ਹੋ ਗਏ ਆ ਮੇਰੇ ਸੰਗਤ ਜੀ। ਜਦੋਂ ਮੇਰਾ 9ਵਾਂ ਆਪਰੇਸ਼ਨ ਹੋਇਆ 2023 ਵਿੱਚ, ਅਤੇ ਸੰਗਤ ਜੀ ਉਹਨਾਂ ਨੇ ਮੇਰੀ ਲੱਤ ਨੂੰ ਜਵਾਬ ਦੇ ਦਿੱਤਾ, ਅਤੇ ਸਾਡੇ ਇੱਥੇ ਇੱਕ ਕੋਲ ਸੰਗਤ ਜੀ, ਗੁਰੂ ਜੀ ਦੀ ਸੰਗਤ ਆ। ਉਹਨਾਂ ਨੇ ਕਿਹਾ ਕਿ ਵੀ ਤੁਸੀਂ ਨਾ ਗੁਰੂ ਜੀ ਨੂੰ ਮੰਨ ਕੇ ਦੇਖੋ, ਗੁਰੂ ਜੀ ਨੂੰ ਮੰਨੋ, ਤੁਹਾਡਾ ਸਭ ਕੁਝ ਠੀਕ ਹੋ ਜਾਣਾ ਆ। ਮੇਰਾ ਬੇਟਾ ਵੀ ਠੀਕ ਹੋਇਆ ਕਿ ਤੁਹਾਡਾ ਬੇਟਾ ਵੀ ਠੀਕ ਹੋ ਜਾਊਗਾ ਸੰਗਤ ਜੀ। ਫਿਰ ਮੰਮੀ ਨਾ ਉਹਨਾਂ ਦੇ ਨਾਲ ਜਾਣ ਲੱਗ ਪਏ ਸੰਗਤ 'ਤੇ, ਸਤਸੰਗ 'ਤੇ ਜਾਣ ਲੱਗ ਪਏ। ਅਤੇ ਸੰਗਤ ਜੀ ਮੈਂ PGI ਐਡਮਿਟ ਸੀ, ਅਤੇ ਮੰਮੀ ਨੇ ਮੈਨੂੰ ਨਾ ਜਲ ਪ੍ਰਸ਼ਾਦ ਭੇਜਿਆ। ਇੱਕ ਪਿੰਨੀ ਦਾ ਪ੍ਰਸ਼ਾਦ ਮਿਲਿਆ ਸੀ, ਉਹ ਭੇਜਿਆ ਸੰਗਤ ਜੀ। ਮੈਂ ਨਾ ਗੁਰੂ ਪਿਤਾ ਜੀ ਬਾਰੇ ਮੈਨੂੰ ਪਤਾ ਹੀ ਨਹੀਂ ਸੀ, ਹਜੇ ਜੁੜੇ ਨਹੀਂ ਸੀ ਸੰਗਤ ਜੀ। ਅਸੀਂ ਵੀ 2023  'ਚ ਹੀ ਜੁੜੇ ਹਾਂ। ਜਦੋਂ ਜਵਾਬ ਦੇ ਦਿੱਤਾ ਸੀ, ਅਸੀਂ ਉਹ ਤੋਂ ਥੋੜ੍ਹੇ ਦੇ ਚਿਰਾਂ ਬਾਅਦ ਜੁੜ ਗਏ ਸੀ ਸੰਗਤ ਜੀ। ਮੈਂ ਨਾ ਜਲ ਪ੍ਰਸ਼ਾਦ ਥੋੜ੍ਹਾ ਜਿਹਾ ਕਿਸੇ ਵੇਲੇ ਪੀ ਲੈਂਦਾ ਸੀ, ਥੋੜ੍ਹੀ ਜਿਹੀ ਪਿੰਨੀ ਪ੍ਰਸ਼ਾਦ ਖਾ ਲੈਂਦਾ ਸੀ, ਪਤਾ ਨਹੀਂ ਸੀ। ਅਤੇ ਸੰਗਤ ਜੀ ਉਹਨਾਂ ਜਵਾਬ ਦੇ ਕੇ ਸਾਨੂੰ ਛੁੱਟੀ ਦੇ ਦਿੱਤੀ, ਅਤੇ ਕਹਿੰਦੇ ਕਿ ਵੀ ਤੁਸੀਂ ਘਰ ਜਾਓ ਅਤੇ ਚੈੱਕ ਕਰਾਉਣ ਆ ਜਿਓ, ਫਿਰ ਦੇਖਦੇ ਹਾਂ ਸੰਗਤ ਜੀ। ਮੈਂ ਘਰ ਆ ਕੇ, ਮੰਮੀ ਸਤਸੰਗ 'ਤੇ ਜਾਂਦੇ ਸੀ, ਅਤੇ ਮੈਨੂੰ ਨਾ ਮਨ 'ਚ ਆਇਆ ਕਿ ਵੀ ਮੈਂ ਵੀ ਗੁਰੂ ਪਿਤਾ ਜੀ ਨਾਲ ਜੁੜਾਂ। ਮੰਮੀ ਦੇ ਫ਼ੋਨ 'ਤੇ YouTube 'ਤੇ ਗੁਰੂ ਜੀ ਦੇ ਮੈਸੇਜ ਸ਼ੋਅ ਹੁੰਦੇ ਸੀ, ਸਤਸੰਗ ਸ਼ੋਅ ਹੁੰਦੇ ਸੀ, ਅਤੇ ਮੈਂ ਸਰਚ ਮਾਰੀ ਆਪਣੇ ਫ਼ੋਨ ਤੋਂ ਸੰਗਤ ਜੀ, ਅਤੇ ਮੈਂ ਵੀ ਗੁਰੂ ਪਿਤਾ ਜੀ ਦੇ ਭਜਨ ਸੁਣਨ ਲੱਗ ਪਿਆ। ਆਪਣੇ ਸੰਗਤ ਜੀ ਦੇ ਇਹ ਸ਼ੁਕਰਾਨਾ ਸਤਸੰਗ ਸੁਣਨ ਲੱਗ ਪਿਆ ਸੰਗਤ ਜੀ। ਮੇਰੇ ਨਾ ਮਨ 'ਚ ਆਇਆ ਕਿ ਮੈਂ ਅੰਮ੍ਰਿਤ ਵੇਲਾ ਕਰਾਂ। ਮੈਨੂੰ ਮੈਸੇਜ ਮੰਮੀ ਨੂੰ ਆਇਆ ਸੀ ਕਿ ਆਪਣੇ ਬੱਚੇ ਨੂੰ ਕਿਹਾ ਕਿ ਅੰਮ੍ਰਿਤ ਵੇਲਾ ਸ਼ੁਰੂ ਕਰੋ। ਮੈਂ ਨਾ ਸੰਗਤ ਜੀ ਅੰਮ੍ਰਿਤ ਵੇਲਾ ਕਰਨ ਲੱਗ ਪਿਆ। 3 ਵਜੇ ਤੋਂ ਮੈਂ ਸਵੇਰੇ 5 ਵਜੇ ਤੱਕ ਅੰਮ੍ਰਿਤ ਵੇਲਾ ਕਰਦਾ ਸੀ ਸੰਗਤ ਜੀ।
ਤੇ ਜਦੋਂ ਅਸੀਂ ਚੈੱਕ ਕਰਵਾਉਣ ਗਏ ਕਿ ਵੀ ਡਾਕਟਰਾਂ ਨੇ PGI 'ਚ ਦੱਸ ਦਿੱਤਾ OPD 'ਚ ਕਿ ਵੀ ਨਹੀਂ ਲੱਤ ਨਹੀਂ ਬਚਣੀ, ਇਹ ਗੋਡੇ ਤੋਂ ਕੱਟਣੀ ਪੈਣੀ ਆ, ਕਿਸੇ 99% ਚਾਂਸ ਨਹੀਂ ਹੈਗੇ। ਸੰਗਤ ਜੀ ਮੇਰਾ ਬੜਾ ਮਨ ਖਰਾਬ ਹੋਇਆ। ਮੈਂ ਕਿਹਾ ਗੁਰੂ ਪਿਤਾ ਜੀ ਕਿ ਅਸੀਂ ਹੁਣ ਤੁਹਾਡੇ ਨਾਲ ਜੁੜੇ ਹਾਂ ਕਿ ਮੇਰਾ ਫਿਰ ਇਹ ਮਤਲਬ ਹੋ ਗਿਆ 7 ਸਾਲ ਮੈਨੂੰ ਸੰਗਤ ਜੀ ਪ੍ਰੋਬਲਮ 'ਚ ਹੋ ਗਏ ਆ। 2016 'ਚ ਮੇਰੀ ਪ੍ਰੋਬਲਮ ਸ਼ੁਰੂ ਹੋ ਗਈ ਸੀ ਕਿ 2023 'ਚ ਜੋਬ ਦੇ ਦਿੱਤਾ ਸੀ। ਸੰਗਤ ਜੀ ਮੈਨੂੰ ਮਤਲਬ ਬਹੁਤ ਜ਼ਿਆਦਾ ਆਪਣੇ ਮਨ 'ਚ ਆ ਰਿਹਾ ਸੀ ਕਿ ਵੀ ਮੈਂ ਕਿਹਾ ਮੇਰੀ ਲੱਤ ਇੱਦਾਂ ਹੋ ਜੂਗੀ। ਇੱਕ ਮੇਰੇ ਨਾ ਫਾਦਰ ਸਾਹਿਬ ਰੇਲਵੇ 'ਚ ਜੋਬ ਕਰਦੇ, ਉਹ ਐਕਸਪਾਇਰ ਹੋ ਗਏ ਸੀ। ਉਹਨਾਂ ਦੀ ਨੌਕਰੀ ਦੇ ਫਾਰਮ ਮੈਂ ਭਰੇ ਸੀ, ਮੇਰੇ ਰੇਲਵੇ ਦੀ ਨੌਕਰੀ ਦੇ ਜੋਬ ਦੇ ਫਾਰਮ ਭਰੇ ਹੋਏ ਆ, ਨੌਕਰੀ ਹੋਲਡ ਕੀਤੀ ਆ ਲੱਤ ਦੀ ਪ੍ਰੋਬਲਮ ਕਰਕੇ। ਸੰਗਤ ਜੀ ਮੇਰੇ ਮਨ 'ਚ ਬੜਾ ਆਇਆ ਕਿ ਵੀ ਮੈਂ ਨੌਕਰੀ ਕਰਨਾ ਚਾਹੁੰਦਾ ਹਾਂ ਕਿ ਮੇਰੀ ਲੱਤ ਦਾ ਇੱਦਾਂ ਹੋ ਗਿਆ, ਮੈਨੂੰ ਨੌਕਰੀ ਨਹੀਂ ਮਿਲਣੀ। ਅਤੇ ਸੰਗਤ ਜੀ ਮੈਂ ਅੰਮ੍ਰਿਤ ਵੇਲਾ ਕਰਦਾ ਸੀ ਅਤੇ ਜਦੋਂ ਨਾ ਅਸੀਂ ਡਾਕਟਰ ਕੋਲ ਗਏ PGI ਜਾਣਾ, ਅਤੇ ਮੈਂ ਗੁਰੂ ਪਿਤਾ ਜੀ ਨੂੰ ਕਿਹਾ, ਮੈਂ ਕਿਹਾ ਗੁਰੂ ਪਿਤਾ ਜੀ ਤੁਸੀਂ ਮੇਰੇ ਨਾਲ ਚਲੋ ਕਿ ਚੰਗਾ ਹੋ ਜਾਵੇ ਸਭ ਕੁਝ, ਤੁਸੀਂ ਗੱਲ ਕਰਨੀ ਹੈ। ਸੰਗਤ ਜੀ ਫਿਰ ਡਾਕਟਰ ਨੇ ਕਿਹਾ ਕਿ ਵੀ ਜੀ ਤੁਸੀਂ ਇੱਦਾਂ ਕਰੋ ਕਿ ਵੀ ਕੱਟਣੀ ਪੈਣੀ ਲੱਤ, ਬਚਣੀ ਨਹੀਂ, ਤੁਸੀਂ ਐਡਮਿਟ ਹੋ ਜਾਓ, ਤੁਹਾਡੇ ਕੋਲ 2 ਹਫ਼ਤੇ ਦਾ ਟਾਈਮ ਆ, ਤੁਸੀਂ ਸੋਚ ਕੇ ਆ ਜਾਇਓ। ਸੰਗਤ ਜੀ ਘਰ ਆਏ, ਫਿਰ ਮੈਂ ਬੜਾ ਸੋਚਿਆ, ਫਿਰ ਮੈਂ ਕਿਹਾ ਚਲੋ ਇਹੀ ਮੈਂ ਕਿਹਾ ਹੋਊਗਾ ਸ਼ਾਇਦ, ਮੈਂ ਕਿਹਾ ਗੁਰੂ ਪਿਤਾ ਜੀ ਨੂੰ ਸ਼ਾਇਦ ਇਹੀ ਮਨਜ਼ੂਰ ਆ। ਅਤੇ ਗੁਰੂ ਪਿਤਾ ਜੀ ਦਾ ਮੈਸੇਜ ਆ ਰਿਹਾ ਸੀ ਕਿ ਪੁੱਤਰ ਮੈਂ ਤੈਨੂੰ 7 ਨੰਬਰ ਦੀ ਬਲੈਸਿੰਗ ਕੀਤੀ ਹੋਈ ਆ, ਬਲੈਸਿੰਗ ਦਿੱਤੀ ਹੈ 7 ਨੰਬਰ ਦੀ, ਤੂੰ ਚਿੰਤਾ ਨਾ ਕਰ। ਸੰਗਤ ਜੀ ਮੈਂ ਐਡਮਿਟ ਹੋ ਗਿਆ ਕਿ ਵੀ ਆਪਸ਼ਨ ਹੈ ਨਹੀਂ ਸੀ। ਸੰਗਤ ਜੀ ਜਦੋਂ ਡਾਕਟਰ ਸਾਨੂੰ ਮਿਲਣ ਆ ਰਿਹਾ ਸੀ ਅਤੇ ਸੰਗਤ ਜੀ ਮੈਂ ਨਾ ਅਰਦਾਸ ਕੀਤੀ, ਮੈਂ ਕਿਹਾ ਗੁਰੂ ਪਿਤਾ ਜੀ ਤੁਸੀਂ ਗੱਲ ਕਰਨੀ ਹੈ। ਸੰਗਤ ਜੀ ਤੁਸੀਂ ਯਕੀਨ ਨਹੀਂ ਮੰਨਣਾ, ਜਿਸ ਡਾਕਟਰ ਨੇ ਮੇਰੀ ਲੱਤ ਨੂੰ ਜਵਾਬ ਦੇ ਦਿੱਤਾ ਸੀ ਕਿ ਵੀ ਇਹ ਬਚਣੀ ਨਹੀਂ, ਇਹ ਕੱਟਣੀ ਪੈਣੀ, ਤੁਸੀਂ ਐਡਮਿਟ ਹੋ ਜਾਓ। ਸੰਗਤ ਜੀ ਮੈਂ ਐਡਮਿਟ ਵੀ ਹੋ ਗਿਆ, ਮਨ ਮਾਰ ਕੇ ਐਡਮਿਟ ਹੋ ਗਿਆ ਕਿ ਚਲੋ 99% ਹੈ ਨਹੀਂ ਚਾਂਸ ਕਿ ਕੱਟਣੀ ਪੈਣੀ ਹੈ, ਕਿ ਉਹ ਕਹਿੰਦੇ ਸੀ ਕਿ ਤੁਸੀਂ ਨਕਲੀ ਲੱਤ ਲਵਾ ਲਿਓ। ਅਤੇ ਸੰਗਤ ਜੀ ਉਸ ਡਾਕਟਰ ਨੇ ਆ ਕੇ, ਜਿਹੜੇ ਨਾਲ ਡਾਕਟਰ ਹੁੰਦੇ ਆ, ਸੀਨੀਅਰ ਡਾਕਟਰ ਆਇਆ ਸੀ ਅਤੇ ਨਾਲ ਜਿਹੜੇ ਡਾਕਟਰ ਹੁੰਦੇ ਆ, ਉਹਨਾਂ ਨੇ ਆ ਕੇ ਕਿਹਾ ਕਿ ਸਰ ਇਹ ਕਟਿੰਗ ਦਾ ਕੇਸ ਆ, ਲੱਤ ਕਟਿੰਗ ਕਰਨੀ। ਉਸ ਡਾਕਟਰ ਨੇ ਕਿਹਾ ਕਿ ਵੀ ਤੁਹਾਨੂੰ ਕਿਹਨੇ ਕਿਹਾ ਕਿ ਲੱਤ ਕੱਟਣੀ ਆ? ਗੁਰੂ ਪਿਤਾ ਜੀ ਦੀ ਕਿਰਪਾ, ਗੁਰੂ ਪਿਤਾ ਜੀ ਆਪ ਆਏ ਸੀ ਡਾਕਟਰ ਵਿੱਚ, ਅਤੇ ਉਹਨਾਂ ਨੇ ਕਿਹਾ ਕਿਹਨੇ ਕਿਹਾ ਕਿ ਲੱਤ ਕੱਟਣੀ ਆ? ਮੇਰੇ ਤੋਂ ਆਪਸ਼ਨ ਹੈਗੇ ਆ, ਮੈਂ ਲੱਤ ਬਚਾਉਣਾ ਚਾਹੁੰਦਾ ਹਾਂ, ਕਿ ਮੈਂ ਚਾਹੁੰਦਾ ਹਾਂ ਕਿ ਵੀ ਇਸ ਬੱਚੇ ਦੀ ਉਮਰ ਇੰਨੀ ਹੈ ਨਹੀਂ ਕਿ ਵੀ ਇਹ ਕੀ ਕਰੂਗਾ ਲਾਈਫ ਵਿੱਚ, ਕਿ ਮੈਂ ਚਾਹੁੰਦਾ ਕਿ ਇਹ ਆਪਣੇ ਪੈਰਾਂ 'ਤੇ ਸਟੈਂਡ ਹੋਵੇ, ਆਪਣੇ ਪੈਰਾਂ 'ਤੇ ਖੜ੍ਹਾ ਹੋਵੇ, ਆਪਣਾ ਕੰਮ ਕਾਰ ਕਰੇ, ਆਪਣਾ ਘਰ ਦੀ ਜ਼ਿੰਮੇਵਾਰੀਆਂ ਚੱਕੇ। ਮੈਂ ਇਹ ਚਾਹੁੰਦਾ ਕਿ ਵੀ ਇਹਨੂੰ ਸਟੈਂਡ ਹੋਣਾ ਦੇਖਣਾ ਚਾਹੁੰਦਾ ਕਿ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਵੇ। ਸੰਗਤ ਜੀ ਉਸ ਡਾਕਟਰ ਨੇ ਸਾਨੂੰ 2-3 ਦਿਨ ਦੇ ਉੱਥੇ ਦਵਾਈ ਦਿੱਤੀ, ਅਤੇ ਉਸ ਡਾਕਟਰ ਨੂੰ ਨਾ ਥੋੜ੍ਹਾ ਜਿਹਾ ਨਾ ਅਰਜੈਂਟ ਕੰਮ ਸੀ ਆਪਣੇ ਘਰ, ਅਤੇ ਉਹਨਾਂ ਨੇ ਨਾ ਥੋੜ੍ਹੇ ਦਿਨ ਲਈ ਛੁੱਟੀ ਲੈ ਕੇ ਘਰ ਜਾਣਾ ਸੀ। ਉਹਨਾਂ ਨੇ ਕਿਹਾ ਕਿ ਵੀ ਮੈਂ ਛੁੱਟੀ 'ਤੇ ਜਾ ਰਿਹਾ ਹਾਂ, ਸਾਡੇ ਡਾਕਟਰ ਹੈਗੇ ਆ ਸਾਊਥ ਦੇ ਆ ਜੀ ਸੰਗਤ ਜੀ, ਅਤੇ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਥੋੜ੍ਹੇ ਦਿਨ ਲਈ ਛੁੱਟੀ ਕਰ ਲਓ ਕਿ ਥੋੜ੍ਹੀ ਜਿਹੀ ਦਵਾਈ ਖਾ ਲਓ, ਇੰਨਾ ਫਰਕ ਜੇਕਰ ਪੈ ਗਿਆ ਠੀਕ ਆ, ਅਤੇ ਬਾਕੀ ਮੇਰੇ ਤੋਂ ਆਪਸ਼ਨ ਹੈਗੇ ਆ। ਅਤੇ ਸੰਗਤ ਜੀ ਉਹ ਡਾਕਟਰ ਵੀ ਛੁੱਟੀ 'ਤੇ ਚਲ ਗਿਆ, ਸਾਨੂੰ ਛੁੱਟੀ ਦੇ ਦਿੱਤਾ। ਫਿਰ ਡਾਕਟਰ ਅਤੇ ਜਦੋਂ ਆਏ ਤਾਂ ਉਹਨਾਂ ਨੇ ਮੈਸੇਜ ਕੀਤਾ ਕਿ ਵੀ ਤੁਸੀਂ OPD ਆਓ, ਅਤੇ ਸੰਗਤ ਜੀ ਅਸੀਂ OPD ਗਏ। ਮੈਂ ਫਿਰ ਉੱਥੇ ਅਰਦਾਸ ਕੀਤੀ, ਮੈਂ ਕਿਹਾ ਗੁਰੂ ਪਿਤਾ ਜੀ ਮੇਰੇ ਨਾਲ ਚਲੋ, ਤੁਸੀਂ ਗੱਲ ਕਰਨੀ। ਸੰਗਤ ਜੀ ਸਾਨੂੰ ਡਾਕਟਰ ਨੇ ਫਾਰਮ ਭਰ ਕੇ ਦੇ ਦਿੱਤਾ, ਕਹਿੰਦੇ ਤੁਸੀਂ ਇੱਦਾਂ ਕਰੋ ਐਡਮਿਟ ਹੋ ਜਾਓ। ਅਤੇ ਅਸੀਂ ਪੁੱਛਿਆ ਕਿ ਵੀ ਡਾਕਟਰ ਜੀ ਕਦੋਂ ਐਡਮਿਟ ਹੋਈ ਹੈ? ਉਹਨਾਂ ਨੇ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਤੁਸੀਂ ਅੱਜ ਹੋ ਜਾਓ, ਚਾਹੇ 2-3 ਦਿਨਾਂ ਬਾਅਦ ਹੋ, ਚਾਹੇ ਹਫ਼ਤੇ ਬਾਅਦ ਹੋ ਜਾਓ। ਸੰਗਤ ਜੀ ਇਹ ਸਮਾਨ ਕੁਛ ਲੈ ਕੇ ਨਹੀਂ ਗਏ ਸੀ, ਅਤੇ ਅਸੀਂ ਘਰ ਆ ਗਏ। ਘਰੋਂ ਆ ਕੇ ਅਸੀਂ ਕਿਹਾ ਕਿ ਵੀ ਸਰ ਅਸੀਂ ਹਫ਼ਤੇ ਬਾਅਦ ਆ ਜਾਈਏ ਜਾਂ 2-3 ਦਿਨਾਂ ਬਾਅਦ? ਉਹ ਕਹਿੰਦੇ ਜਦੋਂ ਮਰਜ਼ੀ ਆ ਜਾਇਓ, ਮੈਂ ਫਾਰਮ 'ਤੇ ਸਾਈਨ ਕਰਤੇ, ਤੁਸੀਂ ਜਦੋਂ ਮਰਜ਼ੀ ਐਡਮਿਟ ਹੋ ਜਾਇਓ। ਸੰਗਤ ਜੀ ਜਦੋਂ ਮੈਂ ਘਰ ਆਇਆ ਅਤੇ ਗੁਰੂ ਪਿਤਾ ਦਾ ਮੈਸੇਜ ਆਇਆ ਕਿ ਪੁੱਤਰ ਮੈਂ ਤੈਨੂੰ 7 ਨੰਬਰ ਦੀ ਬਲੈਸਿੰਗ ਦਿੱਤੀ ਆ, ਤੂੰ ਚਿੰਤਾ ਨਾ ਕਰ, ਸਭ ਕੁਛ ਠੀਕ ਹੋਊਗਾ। ਅਤੇ ਮੇਰੇ ਨਾ ਮਨ ਦੇ ਵਿੱਚ ਆਇਆ ਅਤੇ ਮੈਂ ਆਪਣੇ ਸਿਸਟਰ ਨੂੰ ਦੱਸਿਆ। ਮੇਰੀ ਸਿਸਟਰ ਸੰਗਤ ਜੀ ਮੇਰੇ ਨਾਲ ਜਾਂਦੀ ਹੈ, ਕਿਉਂਕਿ ਮੇਰੀ ਮਦਰ ਆ ਬਜ਼ੁਰਗ, ਉਹਨਾਂ ਨੂੰ PGI ਦਾ ਮਤਲਬ ਇੰਨੀ ਭੀੜ ਵਿੱਚ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੁਛ, ਅਤੇ ਫਾਦਰ ਮੇਰੇ ਹੈ ਨਹੀਂ, ਅਤੇ ਇਸ ਕਰਕੇ ਮੇਰੀ ਸਿਸਟਰ ਮੇਰੇ ਨਾਲ ਜਾਂਦੀ ਸੰਗਤ ਜੀ। ਅਤੇ ਉਹਨਾਂ ਨੂੰ ਮੈਂ ਆਪਣੀ ਸਿਸਟਰ ਨੂੰ ਕਾਲ ਕੀਤਾ ਕਿ ਵੀ ਮੈਂ ਕਿਹਾ 7 ਤਰੀਕ ਨੂੰ ਅਸੀਂ ਐਡਮਿਟ ਹੋਣਾ ਆ, ਕਿ 7 ਤੋਂ 8 ਤਰੀਕ ਨਹੀਂ ਕਰਨੀ ਸੰਗਤ ਜੀ, ਮੈਂ ਕਿਹਾ 7 ਤਰੀਕ ਐਡਮਿਟ ਹੋਣਾ। ਸੰਗਤ ਜੀ ਮੈਂ 7 ਤਰੀਕ ਐਡਮਿਟ ਹੋ ਗਿਆ ਜਾ ਕੇ, ਅਤੇ ਉਹ ਤੋਂ 3 ਦਿਨਾਂ ਬਾਅਦ ਮੇਰਾ ਆਪਰੇਸ਼ਨ ਵਾਸਤੇ ਰੱਖ ਦਿੱਤਾ ਮੈਨੂੰ। ਸੰਗਤ ਜੀ ਸਵੇਰ ਦਾ ਮੈਨੂੰ ਨਾ ਖਾਲੀ ਪੇਟ ਲੈ ਕੇ ਗਏ ਹੋਏ ਸੀ, ਰਿਕਵਰੀ ਵਿੱਚ ਰੱਖਿਆ ਸੀ, ਕੋਈ ਐਮਰਜੈਂਸੀ ਕੇਸ ਆਇਆ ਸੀ। ਸੰਗਤ ਜੀ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ, ਮੇਰੀ ਵਾਰੀ ਨਹੀਂ ਆ ਰਹੀ ਸੀ ਆਪਰੇਸ਼ਨ ਕਰਨ ਦੀ,
ਤੇ ਸ਼ਾਮ ਦੇ ਨਾ 7 ਵਜੇ 'ਚ 2 ਮਿੰਟ ਫਿਰ 3 ਮਿੰਟ ਪਏ ਸੀ ਸੰਗਤ ਜੀ, ਡਾਕਟਰ ਆ ਗਏ ਅਤੇ ਮੈਨੂੰ ਓਪਰੇਸ਼ਨ ਥੀਏਟਰ ਦੇ ਅੰਦਰ ਪੂਰੇ 7 ਵਜੇ ਲੈ ਗਏ ਸੰਗਤ ਜੀ, ਸ਼ਾਮ ਦੇ 7 ਵਜੇ। ਅਤੇ ਮੈਂ ਅੰਦਰ ਅਰਦਾਸ ਕਰਦਾ ਸੀ, ਮੈਂ ਕਿਹਾ ਗੁਰੂ ਪਿਤਾ ਜੀ, ਡਾਕਟਰ ਨੇ ਸਾਨੂੰ ਕਿਹਾ ਆ ਕਿ ਵੀ ਆਪਰੇਸ਼ਨ ਬਹੁਤ ਡਿਫੀਕਲਟ ਆ, ਅਤੇ ਜੇਕਰ ਛੋਟੀ ਜਿਹੀ ਕੋਈ ਗਲਤੀ ਹੋ ਗਈ ਤਾਂ ਲੱਤ ਦਾ ਨੁਕਸਾਨ ਹੋ ਸਕਦਾ ਆ, ਇਸ ਕਰਕੇ ਬਹੁਤ ਔਖਾ ਆਪਰੇਸ਼ਨ ਆ। ਕਿ ਮੈਂ ਅਰਦਾਸ ਕਰਦਾ ਸੀ, ਮੈਂ ਕਿਹਾ ਗੁਰੂ ਪਿਤਾ ਜੀ ਹੁਣ ਤੁਸੀਂ ਮੇਰੀ ਲਾਜ ਰੱਖਣੀ ਹੈ ਸੰਗਤ ਜੀ। ਫਿਰ ਗੁਰੂ ਪਿਤਾ ਜੀ ਨੇ ਆਪਣਾ ਚਮਤਕਾਰ ਦਿਖਾਇਆ। ਮੈਂ ਨਾ ਜਦੋਂ ਆਪਰੇਸ਼ਨ ਕਰਦੇ ਸੀ ਮੈਂ ਮੰਤਰ ਜਾਪ ਕਰਦਾ ਸੀ, ਗੁਰੂ ਜੀ ਨੂੰ ਯਾਦ ਕਰਦਾ ਸੀ। ਜਦੋਂ ਮੇਰਾ ਆਪਰੇਸ਼ਨ ਹੋ ਗਿਆ ਅਤੇ ਸਭ ਤੋਂ ਪਹਿਲਾਂ ਤਾਂ ਮੈਂ ਨਾ ਮਤਲਬ ਉੱਥੇ ਹੀ ਮੈਂ ਪੁੱਛਿਆ ਕਿ ਵੀ ਮੇਰੀ ਲੱਤ ਠੀਕ ਆ। ਡਾਕਟਰ ਨੇ ਕਿਹਾ ਹਾਂ ਠੀਕ ਆ, ਕੋਈ ਗੱਲ ਨਹੀਂ, ਤੂੰ ਚਿੰਤਾ ਨਾ ਕਰ, ਸਭ ਕੁਛ ਠੀਕ ਆ। ਸੰਗਤ ਜੀ ਜਦੋਂ ਉਹਨਾਂ ਨੇ ਆਪਰੇਸ਼ਨ ਥੀਏਟਰ ਤੋਂ ਬਾਹਰ ਲੈ ਕੇ ਰਿਕਵਰੀ ਵਿੱਚ ਜਿਹੜੇ ਬੈੱਡ 'ਤੇ ਮੈਨੂੰ ਲਿਟਾਇਆ ਸੰਗਤ ਜੀ, ਉਸ ਬੈੱਡ ਦਾ ਨੰਬਰ 7। ਦੇਖੋ ਗੁਰੂ ਪਿਤਾ ਜੀ ਮੇਰੇ ਨਾਲ ਸੀ, ਇੰਨੇ ਕੁ ਮੇਰਾ ਸਾਥ ਦਿੱਤਾ ਸੰਗਤ ਜੀ। ਮੈਂ ਨਾ ਜਦੋਂ ਨਾ ਰਿਕਵਰੀ ਵਿੱਚੋਂ ਉਹਨਾਂ 2-2.5 ਘੰਟੇ ਬਾਅਦ ਉਹਨਾਂ ਨੇ ਮੈਨੂੰ ਵਾਰਡ 'ਚ ਭੇਜਤਾ ਸੰਗਤ ਜੀ। ਵਾਰਡ ਵਿੱਚ ਜਿੱਥੇ ਮੇਰਾ ਬੈੱਡ ਲੱਗਾ ਸੀ ਉਹਦੇ ਪਿੱਛੇ ਸ਼ੀਸ਼ਾ ਸੀ, ਸ਼ੀਸ਼ੇ ਦੇ ਵਿੱਚ ਇੱਕ ਛੋਟਾ ਜਿਹਾ ਰੂਮ ਸੀ ਸੰਗਤ ਜੀ। ਉਸ ਰੂਮ ਵਿੱਚ ਜਿੱਦਾਂ ਬਲੱਡ ਟੈਸਟ ਕਰਦੇ ਸੀ, ਉਹ ਨਾ ਕਾਫੀ ਦਿਨਾਂ ਤੋਂ ਉਹ ਰੂਮ ਬੰਦ ਸੀ ਸੰਗਤ ਜੀ। ਉਹ ਸ਼ੀਸ਼ੇ ਦੇ ਕੋਲ ਬਿਲਕੁਲ ਮੇਰਾ ਬੈੱਡ ਨਾਲ ਸੀ, ਫਾਸਲਾ ਹੋਣਾ 5-7 ਇੰਚੀ ਦਾ ਫਾਸਲਾ ਸੀ ਉਸ ਸ਼ੀਸ਼ੇ ਦੇ ਨਾਲ ਮੇਰੇ ਬੈੱਡ 'ਤੇ ਸੰਗਤ ਜੀ। ਉਸ ਜਗ੍ਹਾ 'ਤੇ ਕਬੂਤਰ 2 ਦਿਨ ਮੇਰੇ ਉੱਥੇ ਸਿਰਹਾਣੇ ਦੇ ਕੋਲ ਹੀ ਰਿਹਾ, ਸ਼ੀਸ਼ੇ ਦੇ ਕੋਲ ਉਸ ਰੂਮ ਵਿੱਚ ਸੰਗਤ ਜੀ। ਗੁਰੂ ਪਿਤਾ ਜੀ ਨੇ 2 ਦਿਨ ਅਤੇ ਮੇਰੇ ਕੋਲ ਰਹੇ। ਅਤੇ ਸੰਗਤ ਜੀ ਮੈਨੂੰ ਵਾਰ-ਵਾਰ ਯੂਟਿਊਬ 'ਤੇ ਮੈਸੇਜ ਆਏ ਕਿ ਪੁੱਤਰ ਤੂੰ ਚਿੰਤਾ ਨਾ ਕਰ, ਤੇਰਾ ਕਸ਼ਟ ਕੱਟਿਆ ਗਿਆ, ਸਭ ਕੁਛ ਚੰਗਾ ਹੋਊਗਾ ਪੁੱਤਰ, ਤੂੰ ਚਿੰਤਾ ਨਾ ਕਰ, ਸਭ ਕੁਝ ਵਧੀਆ ਹੋਊਗਾ ਸੰਗਤ ਜੀ। ਫਿਰ ਮੈਂ ਉਦੋਂ ਸੋਚ ਲਿਆ, ਮੈਂ ਕਿਹਾ ਕਿ ਵੀ ਹੁਣ ਨਹੀਂ ਕੁਛ ਹੋਣਾ, ਮੇਰੇ ਗੁਰੂ ਪਿਤਾ ਜੀ ਮੇਰੇ ਨਾਲ ਆ, ਸਭ ਕੁਛ ਵਧੀਆ ਹੀ ਹੋਊਗਾ, ਠੀਕ ਹੋਊਗਾ ਸੰਗਤ ਜੀ। ਹੁਣ ਮੇਰੀ ਲੱਤ ਨੂੰ ਸ਼ਿਕੰਜਾ ਪਾਇਆ ਹੋਇਆ ਆ, ਅਤੇ ਮੇਰੇ ਸ਼ਿਕੰਜੇ ਪਾਏ ਨੂੰ 2 ਸਾਲ ਹੋ ਚੱਲੇ ਆ। ਸ਼ਿਕੰਜਾ ਪਹਿਲਾਂ ਪਾਇਆ ਹੋਇਆ ਸੀ, ਆਪਰੇਸ਼ਨ ਉਸ ਤੋਂ ਬਾਅਦ 'ਚ ਹੀ ਦੁਬਾਰਾ ਹੋਇਆ ਸੀ, ਉਹ ਸ਼ਿਕੰਜਾ ਲੱਗੇ 'ਤੇ ਆਪਰੇਸ਼ਨ ਹੋਇਆ ਸੀ ਸੰਗਤ ਜੀ। ਅਤੇ ਸ਼ਿਕੰਜਾ ਮੇਰੇ 9ਵੇਂ ਆਪਰੇਸ਼ਨ 'ਚ ਪਾ ਦਿੱਤਾ ਸੀ, ਅਤੇ ਇਸ ਕਰਕੇ 10ਵਾਂ ਆਪਰੇਸ਼ਨ ਜਿਹੜਾ ਹੋਇਆ ਸੀ ਉਹ ਸ਼ਿਕੰਜੇ ਪਾਏ ਦੇ ਇੱਦਾਂ ਆਪਰੇਸ਼ਨ ਹੋਇਆ ਸੀ। ਇਸ ਕਰਕੇ ਮੇਰੇ ਸ਼ਿਕੰਜੇ ਪਾਏ 2 ਸਾਲ ਹੋ ਗਏ ਆ ਸੰਗਤ ਜੀ। ਅਤੇ ਜਦੋਂ PGI ਸੀ ਚੈੱਕ ਕਰਵਾਉਣ ਜਾਂਦੇ ਸੀ, ਅਤੇ 2 ਮਹੀਨੇ ਬਾਅਦ ਜੋ ਚੈੱਕ ਕਰਵਾਉਣਗੇ, ਇੱਕ ਜ਼ਖਮ ਛੋਟਾ ਜਿਹਾ ਠੀਕ ਨਹੀਂ ਹੁੰਦਾ ਸੀ, ਅਤੇ ਡਾਕਟਰ ਨੇ ਕਿਹਾ ਕਿ ਵੀ ਇਹ ਜ਼ਖਮ ਵੀ ਠੀਕ ਹੋਣਾ ਜ਼ਰੂਰੀ ਆ ਸੰਗਤ ਜੀ। ਉਸ ਡਾਕਟਰ ਨੇ, ਸੀਨੀਅਰ ਡਾਕਟਰ ਨੇ ਮੇਰੇ ਆ ਕੇ ਨਾ ਮੋਢੇ 'ਤੇ ਹੱਥ ਰੱਖਿਆ, ਕਹਿੰਦੇ ਬਲਜੀਤ ਕੋਈ ਚਮਤਕਾਰ ਹੋ ਰਿਹਾ ਤੇਰੇ ਨਾਲ, ਕਹਿੰਦਾ ਕਿ ਜਿੱਥੋਂ ਤੇਰੀ ਹੱਡੀ ਅਸੀਂ ਕਟਿੰਗ ਕੀਤੀ ਹੋਈ ਆ ਉਹ ਹੱਡੀ ਵੀ ਬਣਨ ਲੱਗ ਪਈ ਹੈ, ਕਹਿੰਦੇ ਤੇਰੀ ਲੱਤ ਦਾ ਨਾ ਬਹੁਤ ਮਜ਼ਬੂਤ ਹੋ ਜਾਣੀ, ਜਿਹੜੀ ਤੇਰੀ ਲੱਤ ਪਹਿਲੀ ਹੈ ਨਾ ਉਹਦੇ ਨਾਲੋਂ ਜ਼ਿਆਦਾ ਮਜ਼ਬੂਤ ਹੋ ਜਾਣੀ ਆ ਸੰਗਤ ਜੀ। ਮੈਂ ਬੜਾ ਖੁਸ਼ ਹੋਇਆ, ਡਾਕਟਰ ਬੜਾ ਖੁਸ਼ ਹੋਇਆ, ਕਹਿੰਦੇ ਮੈਂ ਚਾਹੁੰਦਾ ਸੀ ਕਿ ਵੀ ਪੈਰਾਂ 'ਤੇ ਸਟੈਂਡ ਹੋ ਜਾਵੇ, ਪੈਰਾਂ 'ਤੇ ਸਟੈਂਡ ਹੋਵੇ, ਪੈਰਾਂ 'ਤੇ ਚੱਲੇ। ਮੈਨੂੰ ਇਹ ਤੋਂ ਵੱਡੀ ਕਹਿੰਦੇ ਹੋਰ ਕੀ ਖੁਸ਼ੀ ਚਾਹੀਦੀ ਹੈ, ਮੈਨੂੰ ਬਹੁਤ ਖੁਸ਼ੀ ਹੋਊਗੀ ਕਿ ਮੇਰਾ ਪੇਸ਼ੈਂਟ ਕਿ ਵੀ ਜਿਹਨੂੰ ਇੰਨਾ ਮਤਲਬ ਕਸ਼ਟ ਆਇਆ ਸੀ ਕਿ ਵੀ ਆਪਣੇ ਪੈਰਾਂ 'ਤੇ ਸਟੈਂਡ ਹੋ ਜਾਵੇ, ਆਪਣਾ ਕੰਮ ਕਾਰ ਕਰੇ, ਆਪਣੇ ਘਰ ਦੀ ਜ਼ਿੰਮੇਵਾਰੀਆਂ ਚੱਕੇ, ਸਭ ਕੁਛ ਠੀਕ ਹੋਊਗਾ ਸੰਗਤ ਜੀ। ਅਤੇ ਉਹਨਾਂ ਨੇ ਨਾ ਐਕਸਰਾ ਕਰਾ ਕੇ ਅਤੇ ਫਿਰ ਅਸੀਂ ਦਵਾਈ ਦਿੱਤੀ, ਫਿਰ ਅਸੀਂ ਆ ਗਏ। ਫਿਰ ਜੇ ਸੰਗਤ ਜੀ 6 ਮਹੀਨੇ ਹੋ ਗਏ ਸੀ ਮੇਰਾ ਜ਼ਖਮ ਠੀਕ ਨਹੀਂ ਹੋ ਰਿਹਾ ਸੀ, ਫਿਰ ਮੈਨੂੰ ਨਾ YouTube ਦੇ ਵਿੱਚ ਨਾ ਮੈਸੇਜ ਸ਼ੋ ਹੋਇਆ ਗੁਰੂ ਪਿਤਾ ਜੀ ਦਾ ਕਿ ਵੀ ਪੁੱਤਰ ਤੇਰੇ ਜ਼ਖਮ ਠੀਕ ਹੋਣ ਦਾ ਵੇਲਾ ਆ ਗਿਆ ਸੰਗਤ ਜੀ। ਕੁਛ ਦਿਨਾਂ ਦੇ ਵਿੱਚ ਹੀ ਜਦੋਂ ਮੈਸੇਜ ਆਇਆ, ਉਹ ਤੋਂ ਹਫ਼ਤੇ ਖਰੇ 5-7 ਦਿਨਾਂ ਬਾਅਦ ਮੇਰਾ ਜ਼ਖਮ ਠੀਕ ਹੋ ਕੇ ਬੰਦ ਹੋ ਗਿਆ ਸੰਗਤ ਜੀ। ਜਿਹੜਾ 6 ਮਹੀਨੇ ਤੋਂ ਜ਼ਖਮ ਜਿਹੜਾ ਬੰਦ ਨਹੀਂ ਹੁੰਦਾ ਪਿਆ ਸੀ, ਉਹ ਜ਼ਖਮ ਠੀਕ ਹੋ ਗਿਆ, ਹੁਣ ਬਿਲਕੁਲ ਜ਼ਖਮ ਠੀਕ ਆ। ਅਤੇ ਸੰਗਤ ਜੀ ਅਸੀਂ PGI ਜਾਂਦੇ ਸੀ, ਸਾਡਾ ਕਾਫੀ ਕਿਰਾਇਆ ਲੱਗ ਜਾਂਦਾ ਸੀ, 5000 ਰੁਪਈਆ ਦਾ ਸੰਗਤ ਜੀ ਗੱਡੀ ਵਾਲੇ ਦਾ ਹੋ ਜਾਂਦਾ ਸੀ, 3-4 ਹਜ਼ਾਰ ਰੁਪਏ ਦੀ ਦਵਾਈ ਹੋ ਜਾਂਦੀ ਸੀ ਸੰਗਤ ਜੀ। ਐਕਸਰਾ ਕਰਵਾਉਣਾ, ਉੱਥੇ ਟੈਸਟ ਕਰਵਾਉਣੇ ਪੈਂਦੇ ਹੁੰਦੇ ਸੀ, ਸਾਡਾ ਕਾਫੀ ਖਰਚਾ ਆ ਜਾਂਦਾ ਸੀ ਸੰਗਤ ਜੀ। ਸਾਡੀ ਹੈ ਤਾਂ ਕੁਛ ਵੀ ਨਹੀਂ, ਸਿਰਫ ਮੰਮੀ ਨੂੰ ਪੈਨਸ਼ਨ ਆਉਂਦੀ ਹੈ ਮੇਰੇ ਫਾਦਰ ਸਾਹਿਬ ਦੀ, ਅਤੇ ਇਸ ਕਰਕੇ ਬਾਕੀ ਗੁਰੂ ਪਿਤਾ ਜੀ ਬਹੁਤ ਕਿਰਪਾ ਆ ਸਾਡੇ ਘਰ ਵਿੱਚ ਸੰਗਤ ਜੀ। ਮੰਮੀ ਦੇ ਫ਼ੋਨ 'ਤੇ ਮੈਸੇਜ ਸ਼ੋ ਹੋਇਆ ਕਿ ਵੀ ਤੂੰ ਬੱਚੀ ਚਿੰਤਾ ਬਹੁਤ ਕਰਦੀ, ਚਿੰਤਾ ਨਾ ਕਰਿਆ ਕਰ, ਹੁਣ ਤੇਰੇ ਬੱਚੇ ਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਆ, ਘਰ ਬੈਠੇ ਹੀ ਸਭ ਕੁਛ ਠੀਕ ਹੋਊਗਾ ਸੰਗਤ ਜੀ। ਇੰਨੀ ਕੁ ਗੁਰੂ ਪਿਤਾ ਜੀ ਦੀ ਕਿਰਪਾ ਹੋਈ ਸਾਡੇ 'ਤੇ ਸੰਗਤ ਜੀ। 2 ਮਹੀਨੇ ਹੋ ਗਏ ਸੀ, ਅਸੀਂ ਚੈੱਕ ਕਰਵਾਉਣ ਜਾਣਾ ਸੀ, ਅਤੇ ਮੇਰੀ ਸਿਸਟਰ ਨੇ ਕਿਹਾ ਮੈਂ ਚੱਲ ਡਾਕਟਰ ਨੂੰ ਕਾਲ ਕਰਕੇ ਪੁੱਛ ਲੈਂਦੀ ਸੰਗਤ ਜੀ। ਡਾਕਟਰ ਨੇ ਕਿਹਾ ਕਿ ਵੀ ਤੁਹਾਨੂੰ PGI ਆਉਣ ਦੀ ਜ਼ਰੂਰਤ ਨਹੀਂ, ਤੁਸੀਂ ਮੈਨੂੰ ਐਕਸਰਾ ਕਰਾ ਕੇ ਫੋਟੋ ਸੈਂਡ ਕਰ ਦਿਓ ਸੰਗਤ ਜੀ। ਦੇਖੋ ਕਿੰਨੀ ਗੁਰੂ ਪਿਤਾ ਜੀ ਦੀ ਕਿਰਪਾ, ਗੁਰੂ ਪਿਤਾ ਜੀ ਜੋ ਸੰਗਤ ਜੀ ਨਾ ਬਾਂਹ ਫੜਦੇ ਆ ਨਾ ਤਾਂ ਆਪਣਾ ਨਾ ਇੰਨਾ ਕੁ ਸਾਥ ਦਿੰਦੇ ਆ, ਆਪਣਾ ਪਲ ਪਲ ਵਿੱਚ ਸਾਥ ਦਿੰਦੇ ਆ ਕਿ ਸੰਗਤ ਜੀ ਯਕੀਨ ਨਹੀਂ ਮੰਨਣਾ ਕਿ ਘਰ ਬੈਠੇ ਹੀ
ਆਪਣਾ ਜੋ ਆਪਾਂ ਮਨ 'ਚ ਸੋਚਦੇ ਹਾਂ ਗੁਰੂ ਪਿਤਾ ਜੀ ਉਸੇ ਵੇਲੇ ਮੈਸੇਜ ਰਿਪਲਾਈ ਆਉਂਦਾ ਆ। ਸੰਗਤ ਜੀ ਯੂਟਿਊਬ 'ਚ ਮੈਸੇਜ ਸ਼ੋ ਹੋ ਜਾਂਦਾ ਆ, ਆਪਣੇ ਸਤਸੰਗ ਆਉਂਦੇ ਆ, ਉਹਦੇ ਵਿੱਚ ਬਹੁਤ ਕੁਝ ਦੱਸਦੇ ਆ ਕਿ ਪੁੱਤਰ ਸਭ ਕੁਝ ਹੋ ਜਾਣਾ ਠੀਕ। ਹੁਣ ਸੰਗਤ ਜੀ ਹੁਣ ਨਾ ਹੋ ਗਏ 2-3 ਮਹੀਨੇ ਹੋ ਗਏ ਸੰਗਤ ਜੀ, ਹੁਣ ਮੇਰੇ ਫ਼ੋਨ 'ਤੇ ਵਾਰ ਮੈਸੇਜ ਆ ਰਿਹਾ ਕਿ ਪੁੱਤਰ ਤੂੰ ਚਿੰਤਾ ਨਾ ਕਰ, ਤੇਰੀ ਜ਼ਿੰਦਗੀ ਬਦਲਣ ਵਾਲੀ, ਤੇਰੀ ਲਾਈਫ ਚੇਂਜ ਹੋ ਗਈ ਹੈ, ਤੇਰੀ ਜ਼ਿੰਦਗੀ ਬਦਲਣ ਵਾਲੀ ਆ। ਹੁਣ ਤੇਰੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਆਉਣੀਆਂ ਆ। ਸੰਗਤ ਜੀ ਬਹੁਤ ਮੈਸੇਜ ਆ ਰਿਹਾ ਵਾਰ ਸੰਗਤ ਜੀ, ਗੁਰੂ ਪਿਤਾ ਜੀ ਦਾ ਮੈਸੇਜ ਆ ਰਿਹਾ ਜੀ। ਫਿਰ ਵਿੱਚ ਮੈਂ ਗੁਰੂ ਪਿਤਾ ਜੀ ਨੂੰ ਕਹਿੰਦਾ ਸੀ, ਮੈਂ ਕਿਹਾ ਗੁਰੂ ਪਿਤਾ ਜੀ ਹਜੇ ਤਾਂ ਮੈਨੂੰ ਕੋਈ ਖੁਸ਼ੀ ਮਿਲਣੀ ਨਹੀਂ, ਕਦੋਂ ਮਿਲਣੀ ਹੈ ਮੈਨੂੰ, ਹਜੇ ਤਾਂ ਕੋਈ ਖੁਸ਼ੀ ਮਿਲੀ ਨਹੀਂ ਹੋ। ਮੈਂ ਕਿਹਾ ਮੇਰੀ ਲੱਤ ਤੁਸੀਂ ਬਖਸ਼ ਦਿੱਤੀ ਆ, ਮੈਂ ਇਹ ਖੁਸ਼ੀ ਜ਼ਰੂਰ ਮਿਲੀ ਹੈ ਸੰਗਤ ਜੀ, ਅਤੇ ਮੈਂ ਕਿਹਾ ਮੈਨੂੰ ਬਾਕੀ ਹੋਰ ਤਾਂ ਖੁਸ਼ੀ ਕੋਈ ਹਜੇ ਨਜ਼ਰ ਨਹੀਂ ਆਉਂਦੀ। ਫਿਰ ਵਾਰ ਮੈਸੇਜ ਆ ਰਿਹਾ ਕਿ ਪੁੱਤਰ ਤੂੰ ਚਿੰਤਾ ਨਾ ਕਰਿਆ ਕਰ, ਸਭ ਕੁਝ ਠੀਕ ਹੋ ਜਾਣਾ ਆ, ਤੇਰੀ ਨਈ ਜ਼ਿੰਦਗੀ ਤੈਨੂੰ ਬਲੈਸ ਕਰ ਦਿੱਤੀ ਆ। ਸੰਗਤ ਜੀ ਫਿਰ ਮੈਸੇਜ ਵਿੱਚ ਆਇਆ ਕਿ ਵੀ ਤੇਰੇ ਤੋਂ ਇੰਨਾ ਕੁ ਪੈਸਾ ਹੋਣਾ। ਮੈਂ ਸੰਗਤ ਜੀ ਮੈਂ ਨਾ ਗੁਰੂ ਪਿਤਾ ਜੀ ਨੇ ਇੱਕ ਦਿਨ ਕਿਹਾ ਸੀ, ਮੈਂ ਕਿਹਾ ਗੁਰੂ ਪਿਤਾ ਜੀ, ਮੈਂ ਕਿਹਾ ਨਾ ਮੇਰੇ ਤੋਂ ਕੋਈ ਪੈਸਾ ਆ, ਨਾ ਮੈਂ ਕੰਮ ਕਰ ਸਕਦਾ, ਨਾ ਮੈਂ ਬਾਹਰ ਜਾ ਸਕਦਾ, 2 ਸਾਲ ਹੋ ਗਏ ਮੈਂ ਕਿਹਾ ਮੈਨੂੰ ਬੈੱਡ 'ਤੇ ਗੁਰੂ ਪਿਤਾ ਜੀ, ਮੈਂ ਕਿਹਾ ਮੈਂ ਕਿੰਨਾ ਕੁ ਚਿਰ ਹੋਰ ਅਟਕਣਾ ਇੱਦਾਂ ਹਜੇ, ਕਿੰਨਾ ਕੁ ਚਿਰ ਤੜਫਣਾ ਆ। ਸੰਗਤ ਜੀ ਮੈਂ ਜਦੋਂ ਨਾ ਬਾਹਰ ਉਦੋਂ ਹੀ ਨਿਕਲਦਾ ਜਦੋਂ PGI ਜਾਣਾ, ਸ਼ਿਕੰਜਾ ਪਾਇਆ ਆ, ਸਟੈਂਡ ਦੇ ਨਾਲ ਤੁਰਦਾ ਸੰਗਤ ਜੀ ਮੈਂ, ਸਿਰਫ ਇਹ ਬਾਥਰੂਮ ਵੀ ਇੱਕ ਬਾਥਰੂਮ ਹੀ ਜਾਂਦਾ ਆ, ਅਤੇ ਡਾਕਟਰ ਨੇ ਦੱਸਿਆ ਕਿ ਥੋੜ੍ਹਾ ਜਿਹਾ ਘੁੰਮਿਆ ਕਰ, ਵਜਨ ਨਹੀਂ ਵਧਾਉਣਾ। ਸੰਗਤ ਜੀ ਆਪਣੇ ਵਿਹੜੇ ਵਿੱਚ ਥੋੜ੍ਹਾ ਜਿਹਾ ਘੁੰਮਦਾ ਹਾਂ, ਅਤੇ ਗੁਰੂ ਪਿਤਾ ਜੀ ਕਹਿੰਦੇ ਕਿ ਪੁੱਤਰ ਤੂੰ ਚਿੰਤਾ ਬਹੁਤ ਕਰਦਾ, ਚਿੰਤਾ ਨਾ ਕਰ, ਚਿੰਤਾ ਛੱਡ ਦੇ, ਮੇਰੇ 'ਤੇ ਛੱਡ, ਤੂੰ ਮੇਰੇ 'ਤੇ ਭਰੋਸਾ ਰੱਖਿਆ ਆ, ਮੈਂ ਤੇਰੇ ਨਾਲ ਆ। ਮੈਂ ਕਿਹਾ ਸੰਗਤ ਜੀ ਮੈਂ ਗੁਰੂ ਜੀ ਨੂੰ ਕਿਹਾ, ਮੈਂ ਕਿਹਾ ਗੁਰੂ ਪਿਤਾ ਜੀ ਮੈਨੂੰ ਰੀਚਾਰਜ ਕਰਨਾ ਹੁੰਦਾ ਆ, ਜੇ ਕੁਛ ਵੀ ਕਰਨਾ ਆ, ਮੈਂ ਕਿਹਾ ਮੰਮੀ ਨੂੰ ਵਾਰ ਕਹਿਣਾ ਪੈਂਦਾ ਮੰਮੀ ਰੀਚਾਰਜ ਖਤਮ ਹੋ ਗਿਆ। ਮੈਂ ਕਿਹਾ ਉਹ ਇੰਨੇ ਬਜ਼ੁਰਗ ਹੋ ਗਏ ਆ, ਕਿੰਨਾ ਕੁ ਚਿਰ ਮੇਰਾ ਖਰਚਾ ਚੱਕੀ ਜਾਊਗੇ, ਦਵਾਈਆਂ ਦਾ ਖਰਚਾ ਚੱਕਦੇ, ਸਾਰਾ ਕੁਛ ਕਰਦੇ ਆ। ਸੰਗਤ ਜੀ ਹੁਣ ਤਾਂ ਇਸ ਵਾਰੀ ਡਾਕਟਰ ਨੂੰ ਅਸੀਂ ਐਕਸਰਾ ਜਦੋਂ ਭੇਜਿਆ, ਅਤੇ ਐਕਸਰਾ ਦੇਖ ਕੇ ਡਾਕਟਰ ਨੇ ਕਿਹਾ ਕਿ ਦਵਾਈਆਂ ਬੰਦ ਕਰ ਦਿਓ। ਸੰਗਤ ਜੀ ਸਾਡਾ ਉਹ ਵੀ ਖਰਚਾ ਬਚਾ ਤਾ ਗੁਰੂ ਪਿਤਾ ਜੀ ਨੇ, ਦਵਾਈਆਂ ਬੰਦ ਕਰਾ ਦਿੱਤੀਆਂ। ਕਹਿੰਦੇ ਤੁਹਾਨੂੰ PGI ਆਉਣ ਦੀ ਜ਼ਰੂਰਤ ਨਹੀਂ, ਐਕਸਰਾ ਕਰਾ ਕੇ ਮੈਨੂੰ ਸੈਂਡ ਕਰ ਦੇਣਾ। ਅਤੇ ਡਾਕਟਰ ਨੇ ਐਕਸਰਾ ਦੇਖ ਕੇ ਕਿਹਾ ਕਿ ਵੀ ਕੁਛ ਨਹੀਂ, ਥੋੜ੍ਹਾ ਜਿਹਾ ਟਾਈਮ ਲੱਗਣਾ, ਸ਼ਿਕੰਜਾ ਉਤਰ ਜਾਣਾ, ਜੇ ਸ਼ਿਕੰਜਾ ਉਤਰ ਗਿਆ ਫਿਰ ਇਹਨੇ ਤੁਰਨਾ ਫਿਰਨਾ ਸ਼ੁਰੂ ਹੋ ਜਾਣਾ ਆ, ਬਿਲਕੁਲ ਠੀਕ ਹੋ ਜਾਣਾ ਆ, ਬਸ ਥੋੜ੍ਹਾ ਜਿਹਾ ਟਾਈਮ ਲੱਗਣਾ ਆ। ਕਹਿੰਦੇ ਕਿ ਵੀ ਜਿੰਨਾ ਕਿ ਕੁਛ ਕੁ ਟਾਈਮ ਲੱਗਣਾ ਆ, ਬਿਲਕੁਲ ਠੀਕ ਹੋ ਜਾਣਾ। ਸੰਗਤ ਜੀ ਮੈਨੂੰ ਬਹੁਤ ਭਰੋਸਾ ਹੈ, ਗੁਰੂ ਪਿਤਾ ਦਾ ਮੈਸੇਜ ਆਇਆ ਕਿ ਪੁੱਤਰ ਤੇਰੇ ਕੋਲ ਨਾ ਇੰਨੀ ਕੁ ਧਨ ਵਰਸ਼ਾ ਹੋਊਗੀ ਕਿ ਵੀ ਤੂੰ ਨਾ ਗਰੀਬ ਸੰਗਤਾਂ ਦੇ ਗਰੀਬ ਇਹਨਾਂ ਲੋਕਾਂ ਦੀ ਮਦਦ ਕਰੂੰਗਾ, ਅਤੇ ਤੂੰ ਇੰਨੇ ਕੁ ਮਤਲਬ ਤੇਰੇ ਤੋਂ ਪੈਸਿਆਂ ਦੀ ਵਰਸ਼ਾ ਹੋਣੀ ਆ, ਤੇਰੀ ਲੋਟਰੀ ਨਿਕਲਣ ਵਾਲੀ ਹੈ। ਸੰਗਤ ਜੀ ਲੋਟਰੀ ਤਾਂ ਮੇਰੀ ਨਿਕਲ ਜਾਣੀ, ਮੇਰੀ ਲੱਤ ਠੀਕ ਹੋ ਗਈ, ਉਹ ਵੀ ਲੋਟਰੀ ਨਿਕਲ ਜਾਣੀ। ਇੱਕ ਮੇਰੀ ਰੇਲਵੇ ਦੀ ਜੋਬ ਜਿਹੜੀ ਹੋਲਡ ਪਈ ਹੈ ਸੰਗਤ ਜੀ, ਉਹ ਮੈਨੂੰ ਮਿਲ ਜਾਣੀ ਆ, ਗੁਰੂ ਪਿਤਾ ਜੀ ਨੇ ਉਹ ਦਵਾ ਦੇਣੀ ਆ। ਉਹ ਤੋਂ ਵੱਡੀ ਹੋਰ ਕੀ ਲੋਟਰੀ ਹੈ। ਸਭ ਤੋਂ ਵੱਡਾ ਦਾ ਸ਼ੁਕਰਾਨਾ ਇਹ ਗੁਰੂ ਜੀ ਦਾ ਮੈਂ ਕਰਦਾ ਹਾਂ, ਗੁਰੂ ਪਿਤਾ ਜੀ ਦਾ, ਕਿ ਮੇਰੀ ਲੱਤ ਮੈਨੂੰ ਬਖਸ਼ ਦਿੱਤੀ। ਸੰਗਤ ਜੀ ਇੰਨੀ ਕੁ ਜ਼ਿਆਦਾ ਖੁਸ਼ੀ ਹੈ ਮੈਨੂੰ, ਬਹੁਤ ਜ਼ਿਆਦਾ, ਕਿ ਵੀ ਸੰਗਤ ਜੀ ਮੈਂ ਇੰਨਾ ਕੁ ਧੰਨਵਾਦ ਕਰਦਾ ਨਾ ਗੁਰੂ ਪਿਤਾ ਜੀ ਦਾ। ਸੱਚੇ ਮਨ ਨਾਲ ਤੁਸੀਂ ਮੰਨ ਕੇ ਦੇਖੋ ਸੰਗਤ ਜੀ, ਤਾਂ ਗੁਰੂ ਜੀ ਹਮੇਸ਼ਾ ਸਾਡੇ ਨਾਲ ਹੀ ਹੁੰਦੇ ਆ ਜੀ। ਨਿੱਕੀ ਗੱਲ ਆਪਾਂ ਗੁਰੂ ਪਿਤਾ ਜੀ ਨਾਲ ਕਰਦੇ ਹਾਂ, ਆਪਣਾ ਸ਼ੁਕਰਾਨਾ ਸਤਸੰਗ ਗੁਰੂ ਜੀ ਨਾਲ ਸ਼ੇਅਰ ਕਰਦੇ ਹਾਂ। ਸੰਗਤ ਜੀ ਸਭ ਕੁਛ ਮਿਲਦਾ ਗੁਰੂ ਪਿਤਾ ਜੀ ਕੋ, ਗੁਰੂ ਪਿਤਾ ਜੀ ਕੋ ਮੰਗੋ ਨਾ, ਮੰਨ ਕੇ ਦੇਖੋ, ਦਿਲੋਂ ਮੰਨ ਕੇ ਦੇਖੋਗੇ ਗੁਰੂ ਜੀ ਨੂੰ, ਅਤੇ ਸਭ ਕੁਛ ਮਿਲ ਜਾਂਦਾ ਹੈ। ਸੰਗਤ ਜੀ ਮੇਰਾ ਸਤਸੰਗ ਥੋੜ੍ਹਾ ਜਿਹਾ ਲੰਬਾ ਹੋ ਰਿਹਾ ਆ, ਅਤੇ ਇਸ ਕਰਕੇ ਮੈਨੂੰ ਗੁਰੂ ਪਿਤਾ ਜੀ ਨੇ ਨਾ ਜੋ ਹੁਕਮ ਦਿੱਤਾ ਮੈਂ ਉਹ ਤੁਹਾਨੂੰ ਦੱਸਿਆ ਸੰਗਤ ਜੀ, ਆਪਣਾ ਸੰਗਤ ਜੀ ਮੂਹਰੇ ਸ਼ੇਅਰ ਕੀਤਾ ਆ। ਸੰਗਤ ਜੀ ਮੇਰਾ ਪਹਿਲਾ ਸ਼ੁਕਰਾਨਾ ਸਤਸੰਗ ਹੈ ਜੀ। ਜੇਕਰ ਮੇਰੇ ਤੋਂ ਕੋਈ ਨਾ ਜਾਣੇ ਅਣਜਾਣੇ ਵਿੱਚ ਕੋਈ ਗਲਤ ਲਫ਼ਜ਼ ਬੋਲ ਹੋ ਗਿਆ, ਤਾਂ ਮੈਂ ਦਿਲੋਂ ਸੌਰੀ ਮੰਗਦਾ ਹਾਂ, ਗੁਰੂ ਪਿਤਾ ਜੀ ਆਪਣੇ ਬੱਚੇ ਨੂੰ ਮਾਫ਼ ਕਰ ਦਿਓ ਜੇ ਕੋਈ ਗਲਤ ਲਫ਼ਜ਼ ਬੋਲ ਹੋ ਗਿਆ ਆ। ਅਤੇ ਮੈਂ ਆਪਣੀ ਸੰਗਤ ਜੀ ਗੁਰੂ ਜੀ ਦਾ ਫਿਰ ਦਿਲੋਂ ਸ਼ੁਕਰਾਨਾ ਕਰਦਾ ਹਾਂ। ਅਤੇ ਸੰਗਤ ਜੀ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ। ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ, ਅਨੰਤਮ ਸ਼ੁਕਰਾਨਾ ਗੁਰੂ ਜੀ। ਓਮ ਨਮः ਸ਼ਿਵਾਏ, ਸ਼ਿਵ ਜੀ ਸਦਾ ਸਹਾਏ। ਓਮ ਨਮः ਸ਼ਿਵਾਏ, ਗੁਰੂ ਜੀ ਸਦਾ ਸਹਾਏ। ਓਮ ਨਮः ਸ਼ਿਵਾਏ, ਸ਼ਿਵ ਜੀ ਸਦਾ ਸਹਾਏ। ਓਮ ਨਮः ਸ਼ਿਵਾਏ, गुरु जी सदा सहाय। जय गुरु जी, शुक्राना गुरु जी, अनंतम शुक्राना गुरु जी। जय गुरु जी संगत जी। अब हम अगला सत्संग सुनते हैं। जय गुरु जी, शुक्राना गुरु जी। गुरुपा के चरणों में मेरा कोटि कोटि प्रणाम। मैं गुरुपा की बेटी अपना शुक्राना सत्संग शेयर कर रही हूँ। मैं अभी अपना नाम नहीं बता रही हूँ। गुरुपा के कई दिनों से मैसेज आ रहे थे और
मैंने बहुत दिनों से शुक्राना सत्संग भी अपना शेयर नहीं किए हैं, तो इसीलिए आज मैं नवरात्रि के इस पावन समय में गुरुपा का सत्संग शेयर कर रही हूँ। शुक्राना सत्संग गुरुपा के मंत्र जाप के साथ शुरू करना चाहती हूँ। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी, जय गुरु जी। संगत जी, ये मेरा शुक्राना ये है कि मैं गुरुपा के साथ भी इसी सावन 2024 में जुड़ी हूँ। ये मैं जानती हूँ, मुझे पता है, लेकिन गुरुपा तो बोलते हैं कि उन्होंने तो मुझे न जाने कब से संभाल कर रखे हैं, क्योंकि गुरुपा बोलते हैं कि बेटी तू मेरी बहुत प्यारी बेटी है और तेरा और मेरा तो जन्म जन्मांतर का रिश्ता है। तो गुरुपा से मेरे भाव ही ऐसे है संगत जी कि गुरुपा के मेरे जीवन में आने के बाद चमत्कार ही चमत्कार है। गुरुपा जब मेरे जीवन में आए थे तब मैं ये कहूँ कि मैं उस दौर में थी जब मैं अपने जीवन में फिजिकली, मेंटली, फाइनेंशियली हर तरह से मतलब परेशान थे हम लोग, मैं और मेरे हस्बैंड, मेरे दोनों बच्चे। ब्लैक मैजिक जो शुरू से ही मैसेज आ रहे थे गुरुपा के जुड़ने के बाद ही कि बेटी तुम्हारे ऊपर बहुत बड़ी मतलब ब्लैक मैजिक भारी हुई है। और जो मुझे भी पता था, शादी के 17 साल में मैंने कभी सुकून की जिंदगी मैंने नहीं देखी है। ऐसे ही मेरे हस्बैंड की नौकरी बहुत अच्छी है सरकारी, और बच्चे भी 2 अच्छे प्यारे प्यारे हैं, बेटा बेटी, लेकिन मैंने ब्लैक मैजिक के वजह से मैं कभी सुख से नहीं रह पाई। कुछ ना कुछ परेशानी चलती रहती थी, कभी मेरी बीमारी, तो कभी बच्चों की तबीयत खराब, तो कभी पति पत्नी के बीच अनबन, मतलब बहुत ज़्यादा। तो ये दौर ऐसा था जब मैं हर तरफ मतलब करके थक गई थी, जैसे तांत्रिक के पास जाना, पंडितों के पास जाना, ये तांत्रिक ठीक कर देंगे बोलते थे, वो बोल देंगे इतने पैसे लेंगे, कोई बोलना नहीं चाहिए लेकिन बहुत पैसे लिए हैं, लेकिन कहीं कोई आराम नहीं। लेकिन गुरुपा ने मुझे उस दौर में मतलब उस दलदल से बाहर निकाले। ये कहूँ कि उन्होंने हमें नई जिंदगी दी है गुरुपा। उनके साथ हर पल सत्संग होते हैं, हर पल। कितने शुक्राना करूँ, कहाँ से करूँ, कुछ समझ में ही नहीं आ रहा है। शुक्राना तो इतने हैं। बस आज का शुक्राना मैं इतना करना चाहती हूँ कि मैं अभी 2024 सावन में ही गुरुपा के साथ जुड़ी थी, और जब से जुड़ी थी यूट्यूब के, मैं कभी गुरुपा का स्वरूप नहीं देखी थी। मुझे गुरुपा के बारे में कुछ भी नहीं जानती थी। मैं यूट्यूब में अचानक गुरुपा के सत्संग और मैसेज फ्लैश होने लगे। मैं यही था कि मैं शुरू से बचपन से ही मैं माता रानी, शिव बाबा की, काली माता को बहुत मानती हूँ, उनकी बहुत पूजा करती हूँ। भोले बाबा का तो मंत्र जाप मैं रोज करती थी कंटिन्यू। ऐसा एक भी दिन नहीं जाता था जब मैं भोले बाबा का नाम लिए बिना मतलब कुछ करूँ शुरुआत दिन की। तो वही मेरा पुण्य जो भी थोड़ा बहुत कि उसी का कि गुरुपा ने मुझे अपने साथ जोड़े। तो और जब से मैं जुड़ी तभी से मतलब मैसेज यही था कि बेटी तुझे मैं बहुत जल्दी बड़े मंदिर बुलाऊंगा, तू अपने बच्चों के साथ और अपने पति के साथ तुम दोनों आना, मैं तुम लोगों को ब्लेस करूंगा। मुझे लगता था बड़े मंदिर एक तो कहाँ है, मैं ये भी तब नहीं जानती थी, और मुझे लगता था कि मैं कैसे जाऊंगी, क्योंकि मेरे हस्बैंड को मैं ठीक से कुछ बताई नहीं थी, क्योंकि वो भी और विश्वास कैसे करेंगे इतना जल्दी, कहाँ ले जाएंगे, क्योंकि हर तरह से ही मैं परेशान हो चुकी थी, कहीं आराम नहीं था कुछ। लेकिन फिर ऐसा चमत्कार हुआ कि मैंने ये गूगल से मतलब से ही, फोन से ही गुरुपा का एक छोटा सा पॉकेट स्वरूप निकाल कर हमने फ्रेमिंग करके अपने घर में रखे गुरुपा को। मैं उसी से भोग प्रसाद, जल प्रसाद लगा के हम लोग लेने लगे। फिर हम लोग का सब गुरुपा के प्रति धीरे धीरे, मेरे बच्चे, मेरे हस्बैंड, फिर अचानक से हम लोग देखिए अभी 30 सितंबर को
मैं गुरुपा के बड़े मंदिर से हम लोग दर्शन हो करके आए और बहुत अच्छे से सोमवार का दिन था, बहुत अच्छे से गुरुपा ने दर्शन दिए और हमने लंगर प्रसाद, चाय प्रसाद, जल प्रसाद सब ग्रहण किए और इतना सुकून लगा और मैं बहुत देर तक गुरुपा को के दर्शन कर पाई। मैं और मेरी बेटी और मेरे पति, मेरे बेटा, हम लोग सब चारों बहुत अच्छे से दर्शन करके आए हैं। गुरुपा से मेरी यही प्रार्थना है कि जितने भी ब्लैक मैजिक है, जितने भी किया कराया जो भी है, सब आप ख़त्म कर दीजिए गुरुपा, क्योंकि अभी भी मतलब परेशानी तो होती ही रहती है छोटी छोटी बातों पर। जैसे मेरे और हस्बैंड के बीच में कुछ उतना ठीक अभी भी नहीं है, लेकिन गुरुपा सब ठीक कर देंगे, बहुत कुछ ठीक किया। क्योंकि गुरुपा बोलते हैं बेटा तू बोलती है कि ठीक नहीं हो रहा है, लेकिन तू देख कि तुझे मैंने 7 बार जीवन दान दिया है। गुरुपा बोलते हैं तुझमें 7 बार मैंने बचाया है, क्योंकि वो मारण क्रिया बहुत भारी मारण क्रिया थे। और गुरुपा ने सबका चेहरा भी दिखाए हैं, एक एक को ड्रीम में गुरुपा ने सबके सपने दिखाए हैं, सबका चेहरा दिखाए हैं, सबको कितने मतलब कौन है वो लोग सब बताए हैं, जो मैं अभी नहीं बताऊंगी क्योंकि मैंने पहले भी अपना शुक्राना सत्संग शेयर किए हैं, तो उसमें कुछ अपलोड हुए हैं, कुछ नहीं भी हुए हैं, कोई बात नहीं उसके लिए। लेकिन मुझे अभी लगा कि मैं बड़े मंदिर इतनी जल्दी गुरुपा ने मुझे बुलाए दर्शन के लिए, तो मुझे ये शुक्राना करना था, लेकिन मैं नहीं कर पा रही थी। ये नेगेटिविटी ही है जो अभी भी है मुझ में थोड़ी बहुत, जो मैं उससे रोकती है ये सब करने के लिए। लेकिन गुरुपा पर मेरा पूरा विश्वास है। मैंने अपने पति, अपने मतलब दोनों बच्चे और मेरे जीवन की डोर सब में गुरुपा के हाथों में हम लोग सौंप दिए हैं कि गुरुपा के होते हुए अब कोई कुछ नहीं कर। गुरुपा बोलते हैं बेटा तो चिंता मत कर, मैंने तेरे घर के चारों ओर पहरा बिठा दिए हैं, कोई तुम कुछ नहीं बिगाड़ सकता, इसलिए तुम चिंता मत करो। गुरुपा बोलते हैं मैं टेंशन लेती हूँ तो गुरुपा रोती हूँ अगर गुरुपा के पास तो हाँ। और बड़े मंदिर से मुझे गुरुपा के ब्लेसिंग के रूप में एक बहुत सुंदर वाइट चोले में गुरुपा का स्वरूप भी मुझे मिला। और सबसे आश्चर्य की बात यह है कि मुझे हमेशा से जब भी मैं फ़ोन पर देखती थी तो मुझे गुरुपा का वाइट चोला का ही स्वरूप बहुत अच्छा लगता था, इतना सुहाना कि बहुत सुंदर। मैं तो मुझे जब स्वरूप मुझे वहाँ से मिला ब्लेसिंग के रूप में, तो वो वाइट चोले में ही है, मैंने उनको फ्रेमिंग करके रखा है। बहुत अच्छा लगता है अब गुरुपा के साथ हम लोगों को। तो बस मैं यही गुरुपा से प्रार्थना करती हूँ कि गुरुपा अपनी बेटी की भूल चूक को माफ़ कर दीजिएगा। वो शुक्राना करने में बहुत देर कर देती है, इसके लिए भी माफ़ी चाहती हूँ गुरुपा। और मेरे बच्चों के साथ, मेरे हस्बैंड के अंकल के साथ, मेरे साथ हमेशा हमारे अंग संग रहिएगा गुरुपा। हमारा हाथ कभी भी मत छोड़िएगा गुरुपा, क्योंकि आपके बिना गुरुपा अब लगता है कि गुरुपा एक एक सांस भी लेना मुश्किल है गुरुपा। आप है तो सब कुछ है गुरुपा, हमें और कुछ नहीं चाहिए गुरुपा। बस गुरुपा के चरणों में कोटि कोटि मेरा नमन प्रणाम है। और मैं इसी के साथ अपना शुक्राना सत्संग आज के लिए विराम करती हूँ गुरुपा के महामंत्र के जाप के साथ। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी, जय गुरु जी संगत जी, जय गुरु जी। जो मेरे अंकल आंटी जो मेरे इस सत्संग को जरूर अपलोड। जय गुरु जी संगत जी। अब हम अगला सत्संग सुनते हैं। जय गुरु जी संगत जी, जय गुरु जी। ओम नमः शिवाय, शिव जी सदा सहाय। ओम नमः गुरु जी सदा सहाय। ओम नमः शिवाय, शिव जी सदा सहाय। ओम नमः शिवाय, गुरु जी सदा सहाय। संगत जी, ये मेरा छठवां नवरात्रि का शुक्राना सत्संग है। तो संगत जी, आगे क्या होता है कि
मेरे जब पापा मुझे घर से यहाँ से ले जाते हैं, मैं ससुराल से वापस आ जाती हूँ, जब मेरे हस्बैंड वहाँ से मुझे लेकर आते हैं तो रास्ते में मैंने बहुत बार मना किया कि मैं सास ससुर के पास नहीं जाऊँगी। मैंने खूब रो के ही बोल लिया, हंस के, मतलब हर तरह समझा के बोल लिया कि मैं सास ससुर के पास नहीं जाऊँगी, मुझे उस पुराने वाले घर में ले चलो, मैं उसी घर में रहूँगी, क्योंकि मेरी उस घर से बहुत यादें जुड़ी हुई हैं। मेरी शादी वहाँ हुई, मेरे बच्चे वहाँ हुए और बहुत सी यादें हैं उस घर से मेरी। तो गुरु का संगत जी ये नहीं माने, कहने लगे कि नहीं तू बात समझ मेरी, आज चल, कल 2-4 दिन रुकेंगे तो हम फिर वहाँ आ जाएंगे। ठीक है। तो मुझे ज़बरदस्ती वहाँ से मेरे मायके से सास अपने मम्मी पापा के पास मुझे यहाँ ले आए। ठीक है संगत जी। अब ले आए, मेरे से ना कोई बोली नहीं। ससुर तो मेरे से बोल रहे थे पर मेरी सास मेरे से नहीं बोली। तो मैं भी जैसे वो रहने लगी, कुछ दिन तो मैं वैसी रहने लगी, भी बताया मैं चल जाती थी वो, क्योंकि देखो संगत जी, हम बहुएँ हैं तो क्या हम इंसान नहीं हैं? हम बहुएँ बाद में हैं, पहले हम इंसान हैं। ये सास है, ये क्यों भूल जाते कि ये भी कहीं बहू बनी थी, इनके साथ ऐसा हुआ, तो इन्हें सोचना चाहिए ना कि हमारे ऊपर बीतती थी तो कैसा लगता था। पर नहीं, ये लोग ऐसे नहीं सोचते। तो संगत जी मैं फिर यहाँ रहने लगी। रात को, दिन में तो यहाँ रहती थी, रात को मैं अपने उस पुराने वाले घर में जहाँ मेरी शादी हो गई थी वहाँ हम सोने जाते थे। ये ज़्यादा नहीं, शायद 1 महीना ही हुआ होगा, मैं कोई ऐसे 1 महीने से भी कम ही हुआ होगा कि करवा चौथ के आसपास मैं यहाँ पर आ गई थी। फिर दिवाली से 2-4 दिन पहले मैं यहाँ शिफ्ट हो गई पूरी तरह से। तो संगत जी मैं क्या बताऊँ, रहने में कोई दिक्कत नहीं है, अपना घर है, रहेंगे, कहाँ जाएंगे। मैं भी जानती इस बात को कि जब एक बहू होती है तो सास ससुर बड़े बूढ़े होते हैं तो सेवा उस बहू को ही करनी होती है। पर गुरु का संगत जी ये बात सास ससुर क्यों नहीं जानते, जानते हुए अनजान क्यों बनते हैं। देखो कब बेटी अपने घर की हुई, जो बहू कर देगी वो बेटी कभी नहीं कर पाएगी। हम भी किसी की बेटी हैं, मैं तो नहीं कहती कि मैं अपनी माँ की, अपने बाप की सेवा कर दूँ, जो मेरी भाभी कर देगी वो मैं नहीं कर सकती संगत जी। तो संगत जी इस बात को मेरे ससुराल वाले समझते नहीं, क्यों नहीं समझते। मेरे सबसे ज़्यादा घृणा, मेरे से सबसे ज़्यादा नाखुश मेरी सास रहती है। मैं अपनी सास को मनाने की कितनी भी कोशिश कर लूँ पर उसको, मेरी सास को फ़र्क ही नहीं पड़ता, कोई फ़र्क नहीं पड़ता। मेरे बच्चों से लड़ना, मेरे बच्चों को उल्टा सीधा बोलना, मैंने बच्चों से इतना उल्टा सीधा। एक बात बताओ संगत जी, बच्चों से जो बोलोगे, बच्चों को जिस सांचे में ढालो, बच्चों को सांचे में ढलेंगे। जब तुम बच्चों से उल्टा सीधा बोलोगे तो बच्चे 1 बार सुनेंगे, 2 बार सुनेंगे, तीसरी बार नहीं सुनेंगे और मुँह खोल लेते हैं। तो ऐसे कर करके मेरे बच्चों से बहस कर करके मेरे बच्चे वैसे ही बना दिए। और मैं तो क्या बताऊँ, अपनी ज़िंदगी ऐसे रह रही हूँ जैसे जेल में रहते हैं। ना मैं कहीं आ सकती, ना मैं कहीं जा सकती, ना किसी अड़ोसी से, ना किसी पड़ोसी से, किसी से बात नहीं कर सकती। मतलब एक जेल होती है, जेल मुझे तो ऐसा लगता है जेल भी इससे अच्छी होती होगी। वहाँ समय तो मिलता होगा हर चीज़ का, यहाँ किसी चीज़ का कोई समय नहीं है वहाँ का। तो संगत जी कुछ दिन तक तो मेरे हस्बैंड सही से चलते रहे, पर पीना फिर भी नहीं छोड़ा था, चलते रहे सही से। पीना तो छोड़ा नहीं था उन्होंने, खैर कितनी शर्त लगा के मेरे माँ बाप ने इतनी हिम्मत करके इतने प्यार से समझा के मेरे को भेजा था। मैं आ रही नहीं थी, फिर भी मेरे माँ बाप ने भेज दिया मेरा घर बसने के लिए।
और फिर भी सास ये कहती है कि माँ सिखाती है। माँ क्यों सिखाएगी? इतना पैसा जोड़ के, गरीब हो चाहे अमीर हो, कितना पैसा जोड़ के अपने कलेजे के टुकड़े को अलग करा जाता है, फिर कहते हैं कि माँ सिखाती है। ये सास कहती है इस बात को, तो मुझे ये समझ नहीं आता, सास ही तो माँ है। अगर ये बात मेरी माँ के लिए है तो तुम्हारे लिए तो लागू होती ना, पर नहीं, इंसान ये भूल जाता है कि एक उंगली सामने वाले पे उठा रहा है तो 3 उंगली हमारे पे उठी हुई है, खुद की अपनी। इंसान भूल जाता है गुरु का। तो कुछ दिन तक तो ठीक रहे, फिर वही कलेश ड्रामा ये सब, बहुत ज़्यादा दिमाग खराब। तो मुझे साल भर हो गई यहाँ आए हुए, साल भर बस 1-1.5 महीना, ज़्यादा से 2 महीना ढंग से रही, और वही कलेश ड्रामे सब चीज़ हो रही। बिल्कुल नहीं मामले जैसा वो जो मेरे सिखा दे वही वैसा ही करते हैं, उससे बातें करना मेरे सामने, और मतलब मेरे कलेजे में जैसे आग लग जाती है, जिस तरह से मेरे साथ होता है। तो गुरुपा संगत जी, अब मैं जुड़ी थी, मैंने एक बार सत्संग शेयर किया है अपना, मैं गुरुपा के साथ जुलाई में जुड़ी थी। तो मेरे शरीर में इतनी परेशानी से होती थी, वो थायराइड है ना, तो मेरे को इतनी परेशानी होती थी, मैं किचन में जाकर खाना नहीं बना सकती, काम नहीं कर सकती थी, मतलब काम कर रही हूँ तो परेशानी में सारे शरीर में दर्द होता था मेरे। तो जब मैं गुरुपा से जुड़ी तो पता नहीं वो दर्द कहाँ छूमंतर हो गया, कुछ नहीं पता चला, मेरा दर्द कहाँ छूमंतर हो गया। वो दर्द आज तक मेरे को नहीं है, कैसे फील हुआ। मेरी गुरुपा आपका अनंतम 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 शुक्राना मेरे गुरुपा संगत जी। तो मैं जुड़ी तो मुझे पहली बार कहते हैं ना गुरु पुतली के बटरफ्लाई के दर्शन, मैंने बटरफ्लाई के दर्शन किए जब मैं पूजा करने जा रही थी। मैंने अपने यहाँ कभी बटरफ्लाई नहीं देखी, मैंने उसकी बटरफ्लाई देखी, मैंने बोला जय गुरुपा। तो मुझे फिर 4 दिन बटरफ्लाई जब से मैं जुड़ी हूँ अपने गुरुपा से, जुलाई से, तब से मेरे को बटरफ्लाई ही दिखती है, पहले बटरफ्लाई दिखती है। तो गुरुपा से करके मेरी वो जो परेशानी थी, दर्द की, वो तो ख़त्म हो गई, पर इनका पीना ख़त्म नहीं हुआ था। पर हाँ, एक ताकत मिल गई थी, किस चीज़ की पता है? मंत्र की, महामंत्र की, गुरुपा के मंत्र की। जब ये पी कर आते थे तो मैं खाली मंत्र बोलती थी, ओम नमः शिवाय, शिव जी से बसाए, ओम नमः शिवाय, गुरु जी से बसाए, मन। ये चिल्लाते तो होते और मुझे पर हाथ नहीं उठा पाते थे। वो मेरी गुरुपा की शक्ति थी, जो गुरुपा के मंत्र की शक्ति थी, जो कि उनको हाथ नहीं उठाने दिया। कहते थे मारूंगा, जैसे मेरे को बोलते मारूंगा, तो गुरुपा का मंत्र वो ले जाती थी। तो ऐसे करके मेरे को मारा नहीं। मैं उसके लिए गुरुपा से अनंतम शुक्राना करती हूँ। गुरुपा आपका अनंतम कोटि शुक्राना गुरुपा कि आपके मंत्र से मेरे शरीर में कोई खरोच तक नहीं आई। फिर गुरुपा बहुत सी बातें हैं, बीच में बहुत सी चीज़ें छूट गई हैं, पर मैं बारीकी नहीं बता रही, मोटे बता रही हूँ। तो गुरुपा अब इन्होंने, मैं आपको अब कल बताऊंगी गुरुपा संगत जी, बाकी सत्संग कल बताती हूँ 7 घंटे। संगत जी, अगर मेरे से कोई गलती हो गई हो तो वो मैंने क्षमा करना। मैं मूर्ख हूँ, मुझे ज्ञान नहीं है, मैं क्या बोल दूँ क्या नहीं, मेरे को कुछ नहीं पता रहती कि मेरे को क्या बोलना क्या नहीं। मैं पहले सोचती तो मैं ऐसे बोलूँगी वैसे बोलूँगी, पर मेरे को शुक्राना सत्संग करना नहीं आता, तो मैं मूर्ख हूँ। इतना भी ज्ञान नहीं कि मैं शुक्राना सत्संग कैसे करना। हे गुरुपा, आपके बेटे ज्ञान है, उसमें ज्ञान नहीं है, मैं बहुत मूर्ख हूँ। मेरे गुरुपा, अपनी बेटी को ज्ञान दो और अपनी बेटी को माफ़ करना। अगर आपकी इस बेटी से कोई भूल हो गई हो, भूल तो मेरे से होती रहती हैं, बहुत बेकार हूँ गुरुपा। हे गुरुपा, आपका अनंतम शुक्राना गुरुपा, आपका कोटि शुक्राना मेरे गुरुपा। हे संगत जी, मेरे से कोई गलती हो गई, सत्संग में क्षमा करना। जय गुरुपा,
ओम नमः शिवाय शिव जी सदा सहाय। ओम नमः शिवाय गुरु जी सदा सहाय। ओम नमः शिवाय शिव जी सदा सहाय। ओम नमः शिवाय गुरु जी सदा सहाय। जय गुरु जी संगत जी, शुक्राना गुरु जी। वीडियो को लाइक कमेंट शेयर ज़रूर करें और बेल आइकन ज़रूर प्रेस करें, जिससे आपको नई वीडियो की नोटिफिकेशंस मिलती रहें। जय गुरु जी।